ਮੋਲ ਕੰਸੈਪਟ ਇਸ ਦੇ ਵਿੱਚ ਬੇਟੇ ਆਪਾਂ ਸਭ ਤੋਂ ਪਹਿਲਾਂ ਮੋਲ ਦੀ ਡੈਫੀਨੇਸ਼ਨ ਕਰਨੀ ਹੈ। ਮੋਲ ਕੀ ਹੁੰਦਾ ਹੈ? ਮੋਲ ਕਿਸੇ ਵੀ ਸਬਸਟੈਂਸ ਦੀ ਉਹ ਅਮਾਉਂਟ ਹੁੰਦੀ ਹੈ ਜਿਸ ਵਿੱਚ ਸੇਮ ਨੰਬਰ ਆਫ ਕੈਮੀਕਲ ਐਂਟੀਟੀਜ਼ ਹੋਣਗੀਆਂ ਜਿੰਨੇ ਕੀ ਨੰਬਰ ਆਫ ਐਟਮਸ ਪ੍ਰੈਜ਼ੈਂਟ ਹੈ ਇਨ 12 ਗ੍ਰਾਮ ਆਫ C12 ਆਈਸੋਟੋਪ। ਬੇਟਾ ਇਹਨੂੰ ਆਪਾਂ ਐਵੋਗੈਡਰੋ ਨੰਬਰ ਦੇ ਨਾਲ ਸਮਝ ਸਕਦੇ ਹਾਂ। ਐਵੋਗੈਡਰੋ ਨੰਬਰ ਹੁੰਦਾ ਹੈ 6.023 into 10 raised to power 23। ਐਵੋਗੈਡਰੋ ਨੰਬਰ ਦਾ ਮੀਨਿੰਗ ਜਾਂ ਸਿਗਨੀਫੀਕੈਂਸ ਕੀ ਹੈ? ਕਿਸੇ ਵੀ ਐਲੀਮੈਂਟ ਦੇ 1 ਗ੍ਰਾਮ ਐਟਮ ਦੇ ਵਿੱਚ ਜਿੰਨੇ ਨੰਬਰ ਆਫ ਐਟਮਸ ਪ੍ਰੈਜ਼ੈਂਟ ਹੈ ਜਾਂ ਕਿਸੇ ਵੀ ਕੰਪਾਊਂਡ ਦੇ 1 ਗ੍ਰਾਮ ਮੋਲੀਕਿਊਲ ਦੇ ਵਿੱਚ ਜਿੰਨੇ ਨੰਬਰ ਆਫ ਮੋਲੀਕਿਊਲਸ ਪ੍ਰੈਜ਼ੈਂਟ ਹੈ ਉਹਨੂੰ ਅਸੀਂ ਐਵੋਗੈਡਰੋ ਨੰਬਰ ਕਹਿੰਦੇ ਹਾਂ ਤੇ ਇਹਨੂੰ ਅਸੀਂ 6.023 into 10 raised to power 23 ਦੇ ਨਾਲ ਕੋਰਿਲੇਟ ਕਰਦੇ ਹਾਂ। 1 mole is equal to 6.023 into 10 raised to power 23 particles ਜਾਂ units। ਇਹ ਪਾਰਟੀਕਲ ਜਿਹੜੇ ਆ ਬੇਟਾ ਇਹ ਐਟਮਸ ਵੀ ਹੋ ਸਕਦੇ ਆ, ਮੋਲੀਕਿਊਲਸ ਵੀ ਹੋ ਸਕਦੇ ਆ, ਆਇਨਸ ਵੀ ਹੋ ਸਕਦੇ ਆ ਜਾਂ ਕੁਝ ਵੀ ਕਿਹਾ ਜਾ ਸਕਦਾ ਇਹਨਾਂ ਨੂੰ। ਜਿਵੇਂ ਆਪਾਂ ਇੱਕ ਡਜ਼ਨ ਦੇ ਵਿੱਚ ਕਹਿੰਦੇ ਆ 12 ਪੀਸਿਸ ਹੈ। ਜੇ ਇੱਕ ਡਜ਼ਨ ਬਨਾਨਾਸ ਹੈ ਤਾਂ ਉਹਦਾ ਮਤਲਬ ਹੈ 12 ਬਨਾਨਾਸ। ਜੇ ਇੱਕ ਡਜ਼ਨ ਐਪਲ ਕਹਿੰਦੇ ਆ ਤਾਂ ਉਹਦਾ ਮਤਲਬ ਹੈ 12 ਐਪਲ। ਹੁਣ ਉਸੇ ਤਰੀਕੇ ਨਾਲ ਜੇ ਆਪਾਂ 1 ਮੋਲ ਨੂੰ ਐਵੋਗੈਡਰੋ ਨੰਬਰ ਦੇ ਬਰਾਬਰ ਕਿਹਾ ਹੈ ਤਾਂ 1 ਮੋਲ ਹਾਈਡਰੋਜਨ ਐਟਮਸ ਦਾ ਮਤਲਬ ਹੋਏਗਾ 6.023 into 10 raised to power 23 ਹਾਈਡਰੋਜਨ ਐਟਮਸ। ਔਰ ਜੇ ਇਹੀ ਆਪਾਂ 1 ਮੋਲ ਆਫ ਹਾਈਡਰੋਜਨ ਮੋਲੀਕਿਊਲਸ ਕਹਿੰਦੇ ਆ ਤਾਂ ਉਹਦਾ ਮਤਲਬ ਹੋਏਗਾ 6.023 into 10 raised to power 23 ਹਾਈਡਰੋਜਨ ਮੋਲੀਕਿਊਲਸ। ਤੇ ਜੇ ਆਪਾਂ ਕਹਿੰਦੇ ਆ 1 ਮੋਲ ਆਫ ਪੋਟਾਸ਼ੀਅਮ ਆਇਨਸ ਜਾਂ 1 ਮੋਲ ਆਫ ਇਲੈਕਟ੍ਰੋਨਸ ਤਾਂ ਉਹਨਾਂ ਦਾ ਮਤਲਬ ਵੀ ਕੋਰਸਪੋਂਡਿੰਗਲੀ 6.023 into 10 raised to power 23 ਐਂਟੀਟੀਜ਼ ਹੀ ਹੋਏਗਾ। ਬੇਟਾ ਹੁਣ ਆਪਾਂ 1 ਮੋਲ ਨੂੰ in terms of particles, in terms of volume and in terms of mass ਆਪਾਂ 1 ਮੋਲ ਦੀ ਇੰਟਰਪ੍ਰੀਟੇਸ਼ਨ ਇਹਨਾਂ ਤਿੰਨ ਟਰਮੀਨੋਲੋਜੀਜ਼ ਚ ਕਰਨੀ ਹੈ। ਇੱਕ ਚੀਜ਼ ਹਮੇਸ਼ਾ ਦਿਮਾਗ ਦੇ ਵਿੱਚ ਰੱਖੋ ਕਿ 1 ਮੋਲ ਦਾ ਮਤਲਬ ਨੰਬਰ ਆਫ ਪਾਰਟੀਕਲਸ ਵਾਈਜ਼ 6.023 into 10 raised to power 23 ਹੈ। ਜੇ ਆਪਾਂ ਮਾਸ ਦੀ ਗੱਲ ਕਰਦੇ ਹਾਂ ਬੇਟਾ ਕਿ 1 ਮੋਲ ਮਾਸ ਦੀ ਟਰਮ ਚ ਕਿਵੇਂ ਇੰਟਰਪ੍ਰੀਟ ਕਰਾਂਗੇ ਆਪਾਂ, ਤਾਂ ਜੇ ਤਾਂ ਐਲੀਮੈਂਟ ਹੈ ਤਾਂ ਉਹਨੂੰ ਆਪਾਂ ਕਵਾਂਗੇ ਗ੍ਰਾਮ ਐਟਮਸ ਤੇ ਜੇ ਕੋਈ ਕੰਪਾਊਂਡ ਹੈ ਤਾਂ ਉਹਨੂੰ ਆਪਾਂ ਕਵਾਂਗੇ ਗ੍ਰਾਮ ਮੋਲੀਕਿਊਲ। यानी 1 mole is equal to 1 gram atom of the element, 1 mole is equal to 1 gram molecule of any compound ਤੇ ਜੇ ਕੋਈ ionic substance ਹੈ ਤਾਂ ਉਹਨੂੰ ਆਪਾਂ ਕਵਾਂਗੇ 1 gram formula weight। ਨਾਲ ਦੀ ਨਾਲ ਐਗਜ਼ਾਮਪਲਸ ਲੈਣੇ ਆ। ਜਿਵੇਂ ਐਲੀਮੈਂਟ ਕਾਰਬਨ ਹੈ, ਕਾਰਬਨ ਦੇ 12 ਗ੍ਰਾਮ ਦਾ ਮਤਲਬ ਹੈ 1 ਗ੍ਰਾਮ ਐਟਮ। ਸੋਡੀਅਮ ਦੇ 23 ਗ੍ਰਾਮ ਦਾ ਮਤਲਬ ਹੈ 1 ਗ੍ਰਾਮ ਐਟਮ। That means 12 gram of carbon equal to 1 gram atom equal to 1 mole। सोडियम ਦੇ ਜੇ 1 ਮੋਲ ਦੀ ਗੱਲ ਕਰਨੀ ਹੈ ਤਾਂ ਉਹਦਾ ਮਤਲਬ ਹੈ 23 grams, ਯਾਨੀ ਕਿ ਸੋਡੀਅਮ ਦਾ 1 gram atom is equal to 23 gram। ਹੁਣ ਜੇ ਆਪਾਂ ਕੰਪਾਊਂਡ ਵਾਟਰ ਜਾਂ ਕਾਰਬਨ ਡਾਈਆਕਸਾਈਡ ਦੀ ਗੱਲ ਕਰਦੇ ਹਾਂ ਤਾਂ ਵਾਟਰ ਦੇ 18 grams they will form 1 gram molecule। ਇਸੇ ਨੂੰ ਹੀ ਅਸੀਂ ਵਾਟਰ ਦਾ 1 ਮੋਲ ਕਵਾਂਗੇ ਗ੍ਰਾਮਸ ਦੇ ਵਿੱਚ। ਇਸੇ ਤਰ੍ਹਾਂ ਕਾਰਬਨ ਡਾਈਆਕਸਾਈਡ ਦੇ ਕੇਸ 'ਚ 44 grams will constitute 1 gram molecule of the substance। It will also be equal to 1 mole of carbon dioxide। और जे कोई आयनिक substance है जिवें NaCl है या कैल्शियम कार्बोनेट है ਤਾਂ ਜਿੰਨਾ ਇਹਨਾਂ ਦੀ ਇੱਕ ਫਾਰਮੂਲਾ ਯੂਨਿਟ ਦਾ ਮਾਸ ਹੈ, ਜਿਵੇਂ NaCl ਦੇ ਕੇਸ 'ਚ 58.5 ਗ੍ਰਾਮ, that is 1 gram formula weight, that is equal to 1 mole in terms of mass। Similarly calcium carbonate ਦੇ ਲਈ it is 100 gram which makes 1 gram formula weight, ਜਾਂ ਇਹਨੂੰ ਆਪਾਂ 1 mole ਵੀ ਕਹਿ ਸਕਦੇ ਹਾਂ। ਤਾਂ ਕਹਿਣ ਦਾ ਮਤਲਬ ਇਹ ਹੈ ਬੇਟਾ ਕਿ ਮੋਲ ਦਾ ਜਿਹੜਾ ਭਾਰ ਹੈ ਉਹ ਐਲੀਮੈਂਟਸ ਦੇ ਕੇਸ 'ਚ ਉਹਨਾਂ ਦੇ JAM ਦੇ ਬਰਾਬਰ ਹੋਏਗਾ। ਮੋਲ ਦਾ ਭਾਰ
ਕੰਪਾਊਂਡਸ ਦੇ ਕੇਸ ਦੇ ਵਿੱਚ ਉਹਨਾਂ ਦੇ GMM ਦੇ ਬਰਾਬਰ ਹੋਏਗਾ। ਜੇ ਆਪਾਂ ਮੋਲ ਨੂੰ ਨੰਬਰ ਆਫ ਪਾਰਟੀਕਲਸ ਦੀ ਟਰਮ ਚ ਕਹਿੰਦੇ ਆ ਤਾਂ 6.023 into 10 raised to 23 ਪਾਰਟੀਕਲਸ ਹੋਣਗੇ। ਜੇ ਆਕਸੀਜਨ ਐਟਮਸ ਦੀ ਗੱਲ ਹੋ ਰਹੀ ਹੈ ਤਾਂ 1 mole of oxygen atom is equal to 6.023 into 10 raised to 23 atoms। और जे ਆਪਾਂ molecules कह रहे हैं 1 mole of oxygen molecules that will be equal to 6.023 into 10 raised to 23 molecules। ਇੱਥੇ ਬੇਟਾ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਆਂਦੀ ਹੈ ਕਿ in terms of volume ਕਿ ਇੱਕ ਮੋਲ ਕਿਸੇ ਵੀ ਗੈਸ ਦਾ ਕਿੰਨੀ ਜਗ੍ਹਾ ਆਕਿਊਪਾਈ ਕਰੇਗਾ। ਉਹ ਜੇ NTP ਤੇ ਆਪਾਂ ਗੱਲ ਕਰ ਰਹੇ ਹਾਂ ਕੋਈ ਵੀ ਗੈਸ ਹੋਏ ਚਾਹੇ ਆਕਸੀਜਨ ਗੈਸ ਹੈ ਚਾਹੇ ਨਾइट्रोजन है चाहे कार्बन डाइऑक्साइड है। NTP मतलब नॉर्मल टेम्परेचर प्रेशर ਜਿਹਨੂੰ ਆਪਾਂ ਟੈਂਪਰੇਚਰ 273 ਕੈਲਵਿਨ ਲੈਣੇ ਆ ਤੇ ਪ੍ਰੈਸ਼ਰ 1 ਐਟਮੋਸਫੀਅਰ ਲੈਣੇ ਆ। ਹਰ ਮੋਲ ਦਾ ਜਿਹੜਾ ਵੋਲਿਊਮ ਹੈ that will be 22.4 liters for any gas। ਕੰਡੀਸ਼ਨ ਕੀ ਹੈ NTP ਤੇ ਹੀ ਆਪਾਂ ਗੈਸ ਨੂੰ ਕੰਸੀਡਰ ਕਰਨਾ ਹੈ। ਸੋ ਮੋਲ ਇਨ ਟਰਮਸ ਆਫ ਮਾਸ ਮੋਲ ਜਿਹੜਾ ਹੈ ਭਾਰ ਦੀ ਸ਼ਕਲ ਦੇ ਵਿੱਚ GAM ਜਾਂ GMM ਦੇ ਬਰਾਬਰ ਹੁੰਦਾ ਹੈ। ਪਾਰਟੀਕਲਸ ਦੇ ਲਈ ਆਪਾਂ 6.023 into 10 raised to 23 ਪਾਰਟੀਕਲਸ ਕਹਿੰਦੇ ਆ ਤੇ ਵੋਲਿਊਮ ਗੈਸਸ ਦੇ ਕੇਸਸ ਦੇ ਵਿੱਚ ਬੇਟਾ 22.4 ਲੀਟਰ of any gas at NTP ਮੋਲ ਨੂੰ ਆਪਾਂ ਕਹਿੰਦੇ ਆ। Let us now try to understand how much does 1 mole weigh। ਬੇਟਾ ਜਿਸ ਤਰ੍ਹਾਂ 1 dozen bananas ਦਾ 12 pieces bananas ਦਾ ਭਾਰ will be different from 1 dozen apples। ਇੱਕ ਡਜ਼ਨ bananas ਦਾ ਭਾਰ ਇੱਕ ਡਜ਼ਨ ਐਪਲ ਨਾਲੋਂ ਅਲੱਗ ਹੋਏਗਾ। That means dozen ਦਾ ਮਤਲਬ ਤਾਂ 12 pieces ਹੈ but ਇੱਕ ਡਜ਼ਨ 12 pieces ਕਾਦੇ ਹੈ ਇਸ ਚੀਜ਼ ਤੇ ਡਿਪੈਂਡ ਕਰਦਾ ਹੈ ਕਿ ਭਾਰ ਕਿੰਨਾ ਹੋਊਗਾ। ਹੁਣ ਇਸੇ ਤਰੀਕੇ ਨਾਲ 1 mole ਦਾ ਭਾਰ ਕਿੰਨਾ ਹੋਊਗਾ ਇਹ ਨੇਚਰ ਆਫ ਪਾਰਟੀਕਲਸ ਤੇ ਡਿਪੈਂਡ ਕਰਦਾ ਹੈ ਕਿ ਪਾਰਟੀਕਲਸ ਹਾਈਡਰੋਜਨ ਦੇ ਹੈ ਜਾਂ ਆਕਸੀਜਨ ਦੇ ਹੈ ਜਾਂ ਐਲੂਮੀਨੀਅਮ ਦੇ ਹੈ ਕਾਦੇ ਪਾਰਟੀਕਲਸ ਦੀ ਗੱਲ ਹੋ ਰਹੀ ਹੈ। ਆਪਾਂ ਜਿਹੜੀ ਚੀਜ਼ ਇੱਥੇ ਸਮਝਣੀ ਹੈ ਉਹ ਇਹ ਹੈ ਕਿ ਮਾਸ ਆਫ 1 mole of any element mass of 1 mole of atoms of any element is exactly equal to atomic mass in grams of that element। ਕਹਿਣ ਦਾ ਮਤਲਬ ਇਹ ਹੈ ਕਿ ਕਿਸੇ ਵੀ ਐਲੀਮੈਂਟ ਦੇ 1 ਮੋਲ ਐਟਮਸ ਦਾ ਭਾਰ ਉਹਦੇ GAM ਦੇ ਬਰਾਬਰ ਹੋਏਗਾ। ਫॉर एग्जांपल ਆਪਾਂ ਐਲੂਮੀਨੀਅਮ ਦਾ ਐਟੋਮਿਕ ਮਾਸ ਜਿਹੜਾ ਹੈ ਉਹ 27 AMU ਕਹਿੰਦੇ ਆ ਐਟੋਮਿਕ ਮਾਸ ਯੂਨਿਟ ਦੀ ਸ਼ਕਲ 'ਚ। ਹੁਣ ਇੱਕ AMU ਦੀ ਜਿਹੜੀ ਵੈਲਿਊ ਹੈ ਗ੍ਰਾਮਸ ਦੇ ਵਿੱਚ ਉਹ ਹੁੰਦੀ ਹੈ 1.66 into 10 raised to power minus 27 grams। ਤੇ ਜੇ ਆਪਾਂ 1 ਮੋਲ ਐਲੂਮੀਨੀਅਮ ਦੇ ਵਿੱਚ ਇੰਨੇ ਐਲੂਮੀਨੀਅਮ ਐਟਮ ਹੈ ਤੇ ਆਪਾਂ ਇੱਕ ਐਟਮ ਦਾ ਭਾਰ ਗ੍ਰਾਮਸ ਚ ਕੱਢਣਾ ਹੈ ਤਾਂ 27 AMU ਨੂੰ 1.66 into 10 raised to power minus 24 grams ਦੇ ਨਾਲ ਮਲਟੀਪਲਾਈ ਕਰ ਦਾਂਗੇ ਤੇ ਜੇ 1 ਮੋਲ ਐਲੂਮੀਨੀਅਮ ਐਟਮਸ ਦਾ ਭਾਰ ਆਪਾਂ ਗ੍ਰਾਮਸ ਚ ਕੈਲਕੂਲੇਟ ਕਰਨਾ ਹੈ ਤਾਂ ਆਪਣੇ ਕੋਲੇ ਆ ਜਾਂਦਾ ਹੈ 27 gram which is equal to its gram atomic mass। ਇਹਨੂੰ ਗ੍ਰਾਮ ਐਟੋਮਿਕ ਮਾਸ ਵੀ ਕਿਹਾ ਜਾਂਦਾ ਹੈ ਇਹਨੂੰ 1 ਗ੍ਰਾਮ ਐਟਮ ਵੀ ਕਿਹਾ ਜਾਂਦਾ ਹੈ। ਹੁਣ ਬਿਲਕੁਲ ਇਸੇ ਤਰੀਕੇ ਨਾਲ ਮੋਲੀਕਿਊਲਸ ਦੇ ਵਿੱਚ ਆਪਾਂ ਮਾਸ ਆਫ 6.023 into 10 raised to 23 ਮੋਲੀਕਿਊਲਸ ਯਾਨੀ ਕਿ 1 ਮੋਲ ਦਾ ਜਿਹੜਾ ਭਾਰ ਹੈ that will be equal to ਗ੍ਰਾਮ ਮੋਲੀਕੂਲਰ ਮਾਸ ਜਾਂ ਉਹਨੂੰ ਗ੍ਰਾਮ ਮੋਲੀਕਿਊਲ ਵੀ ਕਹਿ ਦਿੰਦੇ ਆ। ਫॉर एग्जांपल ਵਾਟਰ ਦੇ ਕੇਸ 'ਚ ਆਪਾਂ 18 AMU ਕਹਿੰਦੇ ਆ ਇੱਕ ਮੋਲੀਕਿਊਲ ਦਾ ਭਾਰ। ਜੇ ਉਹਨੂੰ ਆਪਾਂ AMU ਨੂੰ ਗ੍ਰਾਮਸ 'ਚ ਕਨਵਰਟ ਕਰਨਾ ਤਾਂ 1.66 into 10 raised to 20 minus 24 ਦੇ ਨਾਲ ਮਲਟੀਪਲਾਈ ਕਰਾਂਗੇ ਤੇ ਜੇ 1 ਮੋਲ ਦਾ ਕੱਢਣਾ ਹੈ ਤਾਂ ਉਹਨੂੰ ਐਵੋਗੈਡਰੋ ਨੰਬਰ ਨਾਲ ਮਲਟੀਪਲਾਈ ਕਰਕੇ it comes out to be 18 gram। Therefore what we can say this is 1 gram molecule of water ਜਾਂ ਇਹਨੂੰ ਆਪਾਂ ਕਹਿ ਸਕਦੇ ਹਾਂ ਗ੍ਰਾਮ ਮੋਲੀਕੂਲਰ ਮਾਸ ਆਫ ਵਾਟਰ ਜਾਂ ਇਹ ਕਹਿ ਸਕਦੇ ਹਾਂ ਕਿ 1 ਮੋਲ ਵਾਟਰ ਦਾ ਕਿੰਨਾ ਭਾਰ ਕੈਰੀ ਕਰੇਗਾ 18 grams। So now we are able to understand कि मोल ਕਿਸੇ ਵੀ ਸਬਸਟੈਂਸ ਦੇ ਲਈ ਉਹਦੇ ਨੰਬਰ ਆਫ ਪਾਰਟੀਕਲਸ ਨਾਲ ਵੀ ਕਨੈਕਟ ਕਰਦਾ ਹੈ, ਮਾਸ ਆਫ ਸਬਸਟੈਂਸ ਨਾਲ ਵੀ ਕਨੈਕਟ ਕਰਦਾ ਹੈ ਐਂਡ
ਗੈਸੀਅਸ ਸਬਸਟੈਂਸਸ ਦੇ ਕੇਸ 'ਚ ਉਹਨਾਂ ਦੇ ਵੋਲਿਊਮ ਦੇ ਨਾਲ ਵੀ ਕਨੈਕਟ ਕਰਦਾ ਹੈ। Now we try to explore mole particle relationship. ਬੇਟਾ 1 ਮੋਲ ਦੇ ਵਿੱਚ 6.023 into 10 raised to 23 ਪਾਰਟੀਕਲਸ ਹੁੰਦੇ हैं। ਇਹ ਪਾਰਟੀਕਲਸ ਜੇ ਐਟਮਸ ਹੈ ਤਾਂ ਆਪਾਂ ਗ੍ਰਾਮ ਐਟੋਮਿਕ ਮਾਸ ਦੇ ਨਾਲ ਰਿਲੇਟ ਕਰਦੇ ਹਾਂ, ਤੇ ਜੇ ਇਹ ਪਾਰਟੀਕਲਸ ਮੋਲੀਕਿਊਲਸ ਹੈ ਤਾਂ ਆਪਾਂ GMM ਦੇ ਨਾਲ ਰਿਲੇਟ ਕਰਦੇ ਹਾਂ। ਆਪਣੇ ਕੋਲੇ ਕੋਈ ਵੀ ਗਿਵਨ ਨੰਬਰ ਆਫ ਪਾਰਟੀਕਲਸ ਦਿੱਤਾ ਹੋਇਆ ਹੈ, ਉਹਨੂੰ ਆਪਾਂ मोल्स च कन्वर्ट करना है, तो अपने को फॉर्मूला बनेगा नंबर ऑफ मोल्स इज इक्वल टू नंबर ऑफ पार्टिकल्स डिवाइडेड बाय 6.023 into 10 raised to power 23। मतलब किसी भी नंबर ऑफ पार्टिकल्स ਨੂੰ ਆਪਾਂ मोल्स च कन्वर्ट कर सकते हैं जे ਆਪਾਂ ਉਹਨੂੰ 6.023 into 10 raised to power 23 ਦੇ ਨਾਲ डिवाइड कर ਦਿੰਨੇ ਆ। ਹੁਣ ਆਪਾਂ ਮੋਲ ਨੂੰ weight ਦੇ ਨਾਲ ਕਿਵੇਂ ਇੰਟਰਪ੍ਰੀਟ ਕਰਨਾ ਹੈ, ਕਿਵੇਂ ਰਿਲੇਟ ਕਰਨਾ ਹੈ, ਉਹਨੂੰ ਸਮਝਦੇ ਹਾਂ। ਆਪਣੇ ਕੋਲੇ ਕਿਸੇ ਵੀ ਸਬਸਟੈਂਸ ਦਾ ਕੋਈ ਗਿਵਨ weight ਦਿੱਤਾ ਹੋਇਆ, ਜਿਵੇਂ 2.3 ਗ੍ਰਾਮ ਆਫ ਸੋਡੀਅਮ ਕਹਿਤਾ, ਤੇ ਪੁੱਛਿਆ ਗਿਆ ਹੈ ਕਿ ਇਹਦੇ ਚ ਕਿੰਨੇ ਮੋਲਸ ਹੋਣਗੇ, ਤਾਂ ਉਹਨੂੰ ਆਪਾਂ ਉਹਦੇ GAM ਦੇ ਨਾਲ ਡਿਵਾਈਡ ਕਰ ਦੇਣਾ। ਪਰ ਜੇ ਸਬਸਟੈਂਸ ਆਪਣੇ ਕੋਲੇ ਕੋਈ ਕੰਪਾਊਂਡ ਦਿੱਤਾ ਹੋਇਆ ਹੈ, ਜਿੰਨਾ ਉਹਦਾ ਗਿਵਨ ਮਾਸ ਦਿੱਤਾ ਹੋਇਆ ਹੈ, ਉਹਨੂੰ ਆਪਾਂ ਉਹਦੇ GMM ਨਾਲ ਡਿਵਾਈਡ ਕਰ ਦਾਂਗੇ, ਤਾਂ ਆਪਣੇ ਕੋਲੇ ਨੰਬਰ ਆਫ ਮੋਲਸ ਆ ਜਾਣਗੇ। ਨੈਕਸਟ ਜਿਹੜੀ ਚੀਜ਼ ਆਪਾਂ ਸਮਝਣੀ ਹੈ, ਗੈਸਸ ਦੇ ਕੇਸ ਦੇ ਵਿੱਚ ਮੋਲ ਵੋਲਿਊਮ ਦੇ ਨਾਲ ਕਿਵੇਂ ਰਿਲੇਟ ਕੀਤਾ ਜਾਂਦਾ ਹੈ। ਬੇਟਾ ਕਿਸੇ ਵੀ ਗੈਸ ਦੇ 1 ਮੋਲ ਦਾ ਜਿਹੜਾ ਵੋਲਿਊਮ ਹੈ ਉਹ ਹੁੰਦਾ ਹੈ 22.4 ਲੀਟਰ ਐਟ STP। ਚਾਹੇ ਉਹ ਆਕਸੀਜਨ ਹੈ, ਚਾਹੇ ਉਹ ਹੀਲੀਅਮ ਹੈ, it will be 22.4 liter, or we can say 22400 ml। so ਆਪਾਂ ਕੋਈ ਵੀ given volume ਹੈ ਉਹਨੂੰ ਆਪਾਂ ਲੀਟਰਸ ਚ ਲੈ ਕੇ ਜੇ 22.4 ਦੇ ਨਾਲ ਡਿਵਾਈਡ ਕਰ ਦਿੰਨੇ ਆ ਤਾਂ ਵੀ ਆਪਣੇ ਕੋਲੇ ਨੰਬਰ ਆਫ ਮੋਲਸ ਆ ਜਾਣਗੇ। ਇਸ ਤਰੀਕੇ ਨਾਲ ਬੇਟੇ ਆਪਾਂ 3 ਫਾਰਮੂਲੇ ਕਰ ਲਏ ਨੰਬਰ ਆਫ ਮੋਲਸ ਦੇ ਲਈ। ਪਹਿਲਾ ਹੈ ਨੰਬਰ ਆਫ ਮੋਲਸ ਗਿਵਨ ਬਾय मास, दूसरा है नंबर ऑफ मोल्स गिवन बाय पार्टिकल्स, और तीसरा है नंबर ऑफ मोल्स गिवन बाय वॉल्यूम। अपने कोले फॉर्मूला शीट बन जाती है मोल कैलकुलेट करने दे लई। जे आपां नू गिवन नंबर ऑफ मॉलिक्यूल्स कैलकुलेट करने आपां ते जिन्ना आपां नू गिवन मास है अपॉन मॉलिक्यूलर मास कर देंगे GMM जिन्हों कहने हैं, तो अपने कोले नंबर ऑफ मोल्स आ जाएंगे। ते जे आपां एटम्स की गल कर रहे हैं तो गिवन वेट किसी भी एलीमेंट का दिता होया डिवाइडेड बाय GAM, तां भी नंबर ऑफ मोल्स आ जाएंगे। गैसेस के केस दे विच वॉल्यूम एट STP डिवाइडेड बाय 22.4 लीटर, इनू भी आपां नंबर ऑफ मोल्स कह दांगे। ਤੇ ਕਿਸੇ ਵੀ ਪਾਰਟੀਕਲ ਦੀ ਗੱਲ ਹੋ ਰਹੀ ਹੈ, ਜਿੰਨੇ ਵੀ ਨੰਬਰ ਆਫ ਪਾਰਟੀਕਲਸ ਦਿੱਤੇ ਹੈ ਅਪਨ ਐਵੋਗੈਡਰੋ ਨੰਬਰ ਕਰਾਂਗੇ ਤਾਂ ਆਪਣੇ ਕੋਲੇ ਨੰਬਰ ਆਫ ਮੋਲਸ ਆ ਜਾਣਗੇ। ਹੁਣ ਬੇਟਾ ਆਪਾਂ ਪਰਸੈਂਟੇਜ ਕੰਪੋਜੀਸ਼ਨ ਦਾ ਕੀ ਮਤਲਬ ਹੈ ਉਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪਰਸੈਂਟੇਜ ਕੰਪੋਜੀਸ਼ਨ ਦਾ ਮਤਲਬ ਹੁੰਦਾ ਹੈ ਕਿ ਕਿਸੇ ਵੀ ਪਾਰਟ ਦੀ ਮੌਜੂਦਗੀ ਪੂਰੇ ਹੋਲ ਦੇ ਵਿੱਚ ਕਿੰਨੇ ਪਰਸੈਂਟ ਹੈ, ਉਹਨੂੰ ਆਪਾਂ ਕਹਿੰਦੇ ਆ ਪਰਸੈਂਟੇਜ ਕੰਪੋਜੀਸ਼ਨ। ਤੇ ਜੇ ਆਪਾਂ ਇਹਨੂੰ ਮਾਸ ਪਰਸੈਂਟੇਜ ਦੀ ਫਾਰਮ 'ਚ ਸਮਝਣਾ ਹੈ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਕਿਸੇ ਐਲੀਮੈਂਟ ਦਾ ਕਿੰਨਾ ਮਾਸ ਹੈ ਉਹਦੇ ਪੂਰੇ ਕੰਪਾਊਂਡ ਨਾਲ ਜੇ ਉਹਨੂੰ ਆਪਾਂ ਡਿਵਾਈਡ ਕਰ ਦਿੰਨੇ ਆ ਮਲਟੀਪਲਾਈਡ ਬਾय 100, ਇਹਨੂੰ ਆਪਾਂ ਕਵਾਂਗੇ ਮਾਸ ਪਰਸੈਂਟੇਜ। ਕਹਿਣ ਦਾ ਮਤਲਬ ਇਹ ਹੈ कि percentage composition of any element या any constituent in a compound is the number of parts by mass of that element present in 100 parts by mass of that compound। उस element ਦਾ कितना mass है divided by total mass of the compound multiply by 100, ਉਹਨੂੰ ਆਪਾਂ ਕਹਿੰਦੇ ਹਾਂ mass percentage। मास परसेंटेज बेटा
ਦੋ ਸਟੈਪਸ ਦੇ ਵਿੱਚ ਫਾਈਂਡ ਆਊਟ ਕੀਤੀ ਜਾ ਸਕਦੀ ਹੈ। ਸਭ ਤੋਂ ਪਹਿਲਾਂ ਆਪਾਂ ਕੰਪਾਊਂਡ ਦਾ GMM ਨੋਟ ਕਰਨਾ ਹੈ, ਉਹਦਾ ਪੂਰਾ ਮੋਲੀਕੂਲਰ ਮਾਸ ਕੱਢਣਾ ਹੈ। ਦੂਸਰਾ ਕੈਲਕੂਲੇਟ ਪਰਸੈਂਟੇਜ ਆਫ ਦੀ ਐਲੀਮੈਂਟ। ਇਹ ਕਿਸ ਤਰ੍ਹਾਂ ਕਰਾਂਗੇ ਬੇਟਾ? ਇਸ ਫਾਰਮੂਲਾ ਨੂੰ ਅਪਲਾਈ ਕਰਕੇ ਕਿ ਉਸ ਐਲੀਮੈਂਟ ਦਾ ਕਿੰਨਾ ਮਾਸ ਹੈ ਡਿਵਾਈਡਡ ਬਾय ਮੋਲੀਕੂਲਰ ਮਾਸ ਮਲਟੀਪਲਾਈਡ ਬਾय 100। ਹੁਣ ਇੱਕ ਐਗਜ਼ਾਮਪਲ ਲੈਣੇ ਆਪਾਂ ਕਿ ਆਪਾਂ ਪਰਸੈਂਟੇਜ ਕੰਪੋਜੀਸ਼ਨ ਆਫ ਮੈਗਨੀਸ਼ੀਅਮ ਐਂਡ ਸਲਫਰ ਐਂਡ ਆਕਸੀਜਨ ਨੂੰ ਕੈਲਕੂਲੇਟ ਕਰਨਾ ਹੈ ਇਨ MgSO4। ਹੁਣ MgSO4 ਦਾ GMM ਕਿੰਨਾ ਬਣਿਆ ਬੇਟਾ ਆਪਣੇ ਕੋਲੇ? ਇਟ ਇਜ਼ 120। ਹੁਣ ਇਹਦੇ ਚੋਂ ਮੈਗਨੀਸ਼ੀਅਮ ਕਿੰਨਾ ਹੈ? 24। ਸੋ ਪਰਸੈਂਟੇਜ ਆਫ magnesium will become 24 divided by 120 into 100 and it comes out to be 20%। ਇਸੇ ਤਰੀਕੇ ਨਾਲ ਸਲਫਰ ਦੀ ਪਰਸੈਂਟੇਜ ਤੇ ਆਪਾਂ ਦੇਖਣੀ ਹੈ ਤਾਂ ਸਲਫਰ ਦਾ ਕਿੰਨਾ ਭਾਰ ਹੈ ਇੱਥੇ? 32 divided by 120 into 100 it comes out to be 26.67%। and last oxygen। oxygen ਦੇ ਬੇਟੇ ਕਿੰਨੇ ਇੱਥੇ ਐਟਮਸ ਹੈ? 4। ਸੋ oxygen ਦਾ weight ਹੈ 64। 64 divided by 120 ਉਹਨੂੰ 100 ਨਾਲ ਮਲਟੀਪਲਾਈ ਕਰ ਦੋ, it comes out to be 53.33%। Next topic is empirical formula and molecular formula। बेटा molecular formula ਆਪਾਂ ਨੂੰ ਕਿਸੇ ਵੀ ਕੰਪਾਊਂਡ ਦੇ ਇੱਕ ਮੋਲੀਕਿਊਲ ਦੇ ਵਿੱਚ ਹਰ ਐਲੀਮੈਂਟ ਦੇ ਕਿੰਨੇ ਨੰਬਰ ਆਫ ਐਟਮਸ ਪ੍ਰੈਜ਼ੈਂਟ ਹੈ ਉਹ ਦੱਸਦਾ ਹੈ। So molecular formula tells us the actual number of atoms of various elements present in one molecule of the compound, whereas empirical formula gives us the relative number। किस तरह बेटा? जिस तरह molecular formula C2H6 है, इनके दो elements ਦੇ ਵਿੱਚ ਇੱਕ ਚ 2 ਤੇ ਇੱਕ ਚ 6 atom present है। ਜੇ ਇਹਨਾਂ ਦੀ ਆਪਾਂ ਸਿੰਪਲ ਹੋਲ ਨੰਬਰ ਰੇਸ਼ੋ ਲੈ ਲਈਏ ਤਾਂ ਆਪਣੇ ਕੋਲੇ ਆ ਜਾਂਦਾ CH3। ਜੇ ਆਪਾਂ C4H8 ਯਾਨੀ ਕੋਈ ਕੰਪਾਊਂਡ ਹੈ ਉਹਦੇ ਵਿੱਚ ਦੋ ਐਲੀਮੈਂਟ ਹੈ ਕਾਰਬਨ ਤੇ ਹਾਈਡਰੋਜਨ। ਕਾਰਬਨ ਦੀ ਗਿਣਤੀ ਹੈ 4 ਐਟਮਸ ਤੇ ਹਾਈਡਰੋਜਨ ਦੀ ਹੈ 8 ਐਟਮਸ। ਹੁਣ 4 ਔਰ 8 ਦੀ ਆਪਾਂ ਰੇਸ਼ੋ ਲੈ ਲਈਏ, ਰਿਲੇਟਿਵ ਨੰਬਰ ਕਿੰਨੇ ਬਣੇ? CH2। So this becomes the empirical formula for the molecular formula C4H8। Similarly, glucose ਦਾ ਜੇ ਆਪਾਂ molecular formula C6H12O6 ਲਿਖਦੇ ਹਾਂ ਤਾਂ empirical formula 6, 12 और 6 ਦੀ ratio 1:2:1 ਆ ਜਾਂਦੀ ਹੈ। So empirical formula is always the simplest whole number ratio of elements in a compound। Therefore, molecular formula is always a multiple of the empirical formula। ਹੁਣ ਆਪਾਂ ਕੁਝ ਕੰਪਾਊਂਡਸ ਦੇ empirical formula ਤੇ molecular formula ਇੱਥੇ ਸਾਹਮਣੇ ਦਿੱਤੇ ਗਏ हैं। ਇਹਨਾਂ ਤੋਂ ਦੇਖ ਕੇ ਆਪਾਂ ਇੱਕ ਚੀਜ਼ ਅੰਡਰਸਟੈਂਡ ਕਰ ਸਕਦੇ ਹਾਂ ਕਲੀਅਰਲੀ ਕਿ ਜੇ ਆਪਾਂ molecular formula ਦੇ ਵਿੱਚ ਜਿੰਨੇ ਹਰ ਇੱਕ ਐਲੀਮੈਂਟ ਦੇ ਐਟਮ ਪ੍ਰੈਜ਼ੈਂਟ ਹੈ ਉਹਨਾਂ ਚੋਂ ਕੋਈ ਕਾਮਨ ਨੰਬਰ n ਲੈ ਲਈਏ, ਉਹਦੇ ਨਾਲ ਇਹਨੂੰ ਡਿਵਾਈਡ ਕਰ ਦਈਏ ਤਾਂ ਆਪਣੇ ਕੋਲੇ empirical formula ਬਣ ਜਾਂਦਾ ਹੈ। कहने का मतलब ये है कि molecular formula is equal to empirical formula multiplied by some number n। ਹੁਣ ਜੇ ਬੇਟਾ ਆਪਾਂ ਸੇਮ ਚੀਜ਼ ਮਾਸਸ ਤੇ ਅਪਲਾਈ ਕਰ ਦਈਏ ਤਾਂ n ਦੀ ਵੈਲਿਊ ਕਿੰਨੀ ਆ ਜਾਏਗੀ ਆਪਣੇ ਕੋਲੇ? molecular mass divided by empirical formula mass। ਕਈ ਵਾਰੀ ਆਪਾਂ ਨੂੰ molecular mass ਜਿਹੜਾ ਹੈ ਉਹ vapor density ਦੀ ਸ਼ਕਲ 'ਚ ਦਿੱਤਾ ਹੁੰਦਾ ਹੈ ਤਾਂ ਆਪਾਂ ਨੂੰ vapor density ਦਾ twice ਕਰਕੇ molecular mass ਦੀ value ਆਪਾਂ ਕੱਢ ਸਕਦੇ ਹਾਂ। ਜੇ molecular mass ਦੀ value ਆ ਗਈ then we can calculate value of n also। ਹੁਣ ਬੇਟਾ ਆਪਾਂ empirical formula ਕਿਵੇਂ calculate ਕਰਨਾ ਹੈ, ਕਿਵੇਂ determine ਕਰਨਾ ਹੈ ਉਹ ਸਿੱਖਦੇ ਹਾਂ। ਆਪਾਂ ਇੱਕ ਐਗਜ਼ਾਮਪਲ ਦੇ ਨਾਲ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਆਪਣੇ ਕੋਲੇ ਕਿਸੇ ਕੰਪਾਊਂਡ ਦੇ ਵਿੱਚ ਕਾਰਬਨ ਦੀ ਅਮਾਉਂਟ 71.23%, ਹਾਈਡਰੋਜਨ ਦੀ ਅਮਾਉਂਟ 12.95% ਤੇ ਆਕਸੀਜਨ ਦੀ ਅਮਾਉਂਟ 15.81% ਦਿੱਤੀ ਹੋਈ ਹੈ ਔਰ ਆਪਾਂ ਨੂੰ ਕਿਹਾ ਗਿਆ ਕਿ empirical formula ਕੈਲਕੂਲੇਟ ਕਰੋ। So what we do is ਇੱਕ ਟੇਬਲ ਬਣਾ ਲੈਂਦੇ ਹਾਂ।
ਕਾਰਬਨ ਹਾਈਡਰੋਜਨ ਆਕਸੀਜਨ ਤਿੰਨੋਂ ਐਲੀਮੈਂਟਸ ਲਿਖ ਲਏ, ਇਹਨਾਂ ਦੇ ਸਾਹਮਣੇ ਇਹਨਾਂ ਦੇ ਐਟੋਮਿਕ ਮਾਸਸ ਲਿਖ ਦਿੱਤੇ ਤੇ ਆਪਾਂ ਨੂੰ ਜਿੰਨੀ ਪਰਸੈਂਟੇਜ ਦਿੱਤੀ ਹੋਈ ਹੈ ਉਹ ਲਿਖ ਲਈ। ਹੁਣ ਆਪਾਂ ਰਿਲੇਟਿਵ ਨੰਬਰ ਆਫ ਐਟਮਸ ਕੱਢਨੇ ਹੈ। ਇਹਦੇ ਲਈ ਆਪਾਂ ਨੂੰ ਕੀ ਕਰਨਾ ਪਏਗਾ, ਪਰਸੈਂਟੇਜ ਨੂੰ ਐਟੋਮਿਕ ਮਾਸ ਦੇ ਨਾਲ ਡਿਵਾਈਡ ਕਰਨਾ ਪਏਗਾ। ਤਿੰਨੋਂ ਕੇਸਿਸ ਦੇ ਵਿੱਚ ਆਪਾਂ ਪਰਸੈਂਟੇਜ ਨੂੰ ਮਾਸਸ ਦੇ ਨਾਲ, ਐਟੋਮਿਕ ਮਾਸਸ ਦੇ ਨਾਲ ਡਿਵਾਈਡ ਕਰਤਾ ਤੇ ਆਪਣੇ ਕੋਲੇ ਆ ਵੈਲਿਊਜ਼ ਆ ਗਈਆਂ। ਇਹਨਾਂ ਵੈਲਿਊਜ਼ ਦੇ ਵਿੱਚੋਂ ਜਿਹੜੀ ਸਭ ਤੋਂ ਛੋਟੀ ਵੈਲਿਊ ਹੈ, ਇਹਨਾਂ ਵੈਲਿਊਜ਼ ਨੂੰ ਉਸ ਛੋਟੀ ਵੈਲਿਊ ਦੇ ਨਾਲ ਡਿਵਾਈਡ ਕਰ ਦੋ ਤਾਂ ਆਪਣੇ ਕੋਲੇ ਸਿੰਪਲੈਸਟ ਐਟੋਮਿਕ ਰੇਸ਼ੋ ਆ ਜਾਏਗੀ। ਹੁਣ ਆਪਣੇ ਕੋਲੇ ਇੱਥੇ ਸਭ ਤੋਂ ਛੋਟੀ ਵੈਲਿਊ ਹੈ 0.988। ਹੁਣ ਸਾਰੀਆਂ ਵੈਲਿਊਜ਼ ਨੂੰ ਆਪਾਂ 0.988 ਦੇ ਨਾਲ ਡਿਵਾਈਡ ਕਰ ਦੇਣਾ ਹੈ ਔਰ ਆਪਣੇ ਕੋਲੇ ਸਿੰਪਲੈਸਟ ਐਟੋਮਿਕ ਰੇਸ਼ੋ ਆ ਜਾਂਦੀ ਹੈ। ਕਾਰਬਨ ਦੇ 6 ਐਟਮਸ ਆ ਗਏ, ਹਾਈਡਰੋਜਨ ਦੇ 13 ਔਰ ਆਕਸੀਜਨ ਦਾ 1। So empirical formula comes out to be C6H13O. एक और एग्जाम्पल आप लाने हैं बेटा, एक कंपाउंड 50% X और 50% Y ਦੇ ਨਾਲ ਬਣਿਆ ਹੋਇਆ ਹੈ ਤੇ ਆਪਾਂ ਨੂੰ ਉਹਦਾ ਸਿੰਪਲੈਸਟ ਫਾਰਮੂਲਾ ਯਾਨੀ ਕਿ ਉਹਦਾ ਐਮਪੀਰੀਕਲ ਫਾਰਮੂਲਾ ਕੈਲਕੂਲੇਟ ਕਰਨ ਨੂੰ ਕਿਹਾ ਗਿਆ ਹੈ। X ਦਾ एटॉमिक मास है 10 और Y ਦਾ एटॉमिक मास है 20। What we do, टेबल बना लेने हैं, X और Y लिख के एटॉमिक मासेस लिखते, परसेंटेज 50-50% है। Now second step is कि ਆਪਾਂ परसेंटेजेस ਨੂੰ एटॉमिक मासेस ਦੇ ਨਾਲ डिवाइड करके अपने ਕੋਲੇ रिलेटिव नंबर ऑफ एटम आ गए। ਜਿਹੜੀ ਇਹਨਾਂ ਚੋਂ ਸਭ ਤੋਂ ਛੋਟੀ ਵੈਲਿਊ ਹੋਏਗੀ, ਦੋਨੋਂ ਵੈਲਿਊਜ਼ ਨੂੰ ਉਸ ਛੋਟੀ ਵੈਲਿਊ ਨਾਲ डिवाइड ਕਰਾਂਗੇ ਤਾਂ ਆਪਣੇ ਕੋਲੇ X ਦੇ 2 ਐਟਮਸ ਆ ਜਾਂਦੇ हैं ਤੇ Y ਦਾ 1। empirical formula becomes X2Y. Take one more example. In this question, we are given a compound of carbon, hydrogen and nitrogen. इन्ना तिन्ना दी ratio 9:1:3.5 है। Now, empirical formula आपा calculate करना है, molecular mass आपा नु दिता है 108 और आपा इनका molecular formula V find out करना है। What we do, carbon, hydrogen, nitrogen, उन्ना दे percentages लिख लें आपा इना वे, then आपा नु atomic masses उन्ना दे पता है, we divide them ते अपने कोले relative number of atoms आ जाते हैं। इन्ना सब तो छोटी value है 0.25, सारियां values नु 0.25 दे नाल divide करांगे तो अपने कोले simplest ratio दे विच carbon दे 3 atoms, हाइड्रोजन दे 4 और नाइट्रोजन दा 1 आ जाता है। So empirical formula C3H4N बन गया। आपा empirical formula mass calculate कर लवांगे, it comes out to be 54। ਹੁਣ molecular mass ਆਪਾਂ ਨੂੰ given है 108, 54 ਦੇ ਨਾਲ ਇਹਨੂੰ ਆਪਾਂ divide ਕਰ ਦਿੱਤਾ ਤਾਂ N comes out to be 2। ਤਾਂ applying this formula, molecular formula is equal to N into empirical formula, N is 2। So our molecular formula turns out to be C6H8N2।